सत श्रीकाल पीटीसी न्यूज़ वेख रहे सारे दर्शकों का स्वागत मैं ਤੁਹਾਡੇ ਨਾਲ ਮਨਪ੍ਰੀਤ ਕੌਰ। ਤਾਂ ਬੁਲੇਟਿਨ ਦਾ ਆਗਾਜ਼ ਕਰ ਲੈਣੇ ਇੱਕ ਵੱਡੀ ਖਬਰ ਦੇ ਨਾਲ। ਜਰਮਨੀ ਦੇ ਵਿੱਚ ਜਿੱਥੇ ਕਿ ਭਗਵੰਤ ਮਾਨ ਨੂੰ ਸ਼ਰਾਬੀ ਹਾਲਤ ਦੇ ਵਿੱਚ ਜਹਾਜ਼ ਤੋਂ ਉਤਾਰਿਆ ਗਿਆ ਔਰ ਇਸੇ ਨੂੰ ਲੈ ਕੇ ਹੁਣ ਰਿਪੋਰਟਸ ਜੋ ਨੇ ਉਹ ਸਾਹਮਣੇ ਆ ਰਹੀਆਂ ਨੇ। ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੁਣ ਇੱਕ ਵੱਡਾ ਦਾਅਵਾ ਕੀਤਾ ਗਿਆ। ਤਾਂ ਸ਼ਰਾਬੀ ਹਾਲਤ ਦੇ ਵਿੱਚ ਜਹਾਜ਼ ਦੇ ਵਿੱਚ ਲਿਆਉਂਦੇ ਗਏ ਸਨ ਭਗਵੰਤ ਮਾਨ। ਸੁਖਬੀਰ ਸਿੰਘ ਬਾਦਲ ਇਹ ਦਾਅਵਾ ਕਰਦੇ ਹੋਏ ਨਜ਼ਰ ਆਏ ਨੇ। ਸਿੱਧਾ ਕਿਹਾ ਹੈ ਕਿ ਹਾਲਤ ਵੇਖ ਕੇ ਜਹਾਜ਼ ਦੇ ਕੈਪਟਨ ਨੇ ਮਾਨ ਨੂੰ ਉਤਾਰੇ ਜਾਣ ਦਾ ਫੈਸਲਾ ਲਿਆ। ਜਹਾਜ਼ ਦੇ ਵਿੱਚ ਚੜਨ ਤੋਂ ਪਹਿਲਾਂ 에ਅਰਪੋਰਟ ਦੇ ਵੀਆਈਪੀ ਲਾਉਂਜ 'ਚ ਬੈਠ ਕੇ ਮਾਨ ਦੇ ਵੱਲੋਂ ਸ਼ਰਾਬ ਪੀਤੀ ਗਈ। ਹਾਲਾਂਕਿ ਫਲਾਈਟ ਦੇ ਵਿੱਚ ਬੈਠੇ ਰਾਜਸਥਾਨ ਦੇ ਇੱਕ ਵੱਡੇ ਹੋਟਲ ਉਦਯੋਗਪਤੀ ਨੇ ਮੈਨੂੰ ਇਹ ਪੂਰਾ ਵਾਕਿਆ ਦੱਸਿਆ ਹੈ। ਸੁਖਬੀਰ ਸਿੰਘ ਬਾਦਲ ਇਹ ਦਾਅਵਾ ਕਰਦੇ ਹੋਏ ਵੀ ਨਜ਼ਰ ਆਏ। ਤੇ ਇਸ ਮੌਕੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਖੁੱਲੀ ਚੁਣੌਤੀ ਦਿੰਦੇ ਨੇ ਲੁਫਥਾਂਜ਼ਾ 에ਅਰਲਾਈਨਸ ਨੂੰ, ਪੰਜਾਬ ਸਰਕਾਰ ਨੂੰ ਤੇ ਕੇਜਰੀਵਾਲ ਨੂੰ ਕਿ ਮੇਰੇ ਦਾਅਵੇ ਨੂੰ ਅਧਿਕਾਰਤ ਤੌਰ ਤੇ ਨਕਾਰ ਕੇ ਕੋਈ ਵਿਖਾਏ। ਖਾਸ ਤੌਰ ਤੇ ਸਰਕਾਰ ਅਤੇ 에ਅਰਲਾਈਨਸ ਦਾ ਇੱਕ ਵੱਡਾ ਦਾਅਵਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਹੈ। ਜਿੱਥੇ ਕਿ ਭਗਵੰਤ ਮਾਨ ਜਰਮਨੀ ਦੇ ਵਿੱਚ ਉਹਨਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ, ਸ਼ਰਾਬੀ ਹਾਲਾਤ ਦੇ ਵਿੱਚ ਉਤਾਰ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਕਈ ਬਿਆਨਬਾਜ਼ੀਆਂ ਜੋ ਨੇ, ਕਈ ਪ੍ਰਤੀਕਰਮ ਜੋ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਔਰ ਸਰਕਾਰ ਦੀ ਕਿਰਕਰੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ। ਤਾਂ ਜੋ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਉਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ। ਸਿੱਧਾ ਉਹਨਾਂ ਕਿਹਾ ਹੈ ਕਿ ਸ਼ਰਾਬੀ ਹਾਲਤ ਦੇ ਵਿੱਚ ਜਹਾਜ਼ ਦੇ ਵਿੱਚ ਲਿਆਂਦੇ ਗਏ ਸਨ ਭਗਵੰਤ ਮਾਨ ਤੇ ਖਾਸ ਤੌਰ ਤੇ ਉਹਨਾਂ ਦੇ ਫਲਾਈਟ ਦੇ ਵਿੱਚ ਬੈਠੇ ਰਾਜਸਥਾਨ ਦੇ ਇੱਕ ਵੱਡੇ ਹੋਟਲ ਉਦਯੋਗਪਤੀ ਦੇ ਵੱਲੋਂ ਇਹ ਪੂਰਾ ਵਾਕਿਆ ਸੀ। ਦੋਨੋਂ ਬੜੇ ਰਿਸਪੈਕਟੇਬਲ, ਇੱਕ ਪੈਸੇਂਜਰ ਫਰਸਟ ਕਲਾਸ, ਬਹੁਤ ਵੱਡਾ ਇੰਡਸਟਰੀਅਲਿਸਟ ਜਿਹੜਾ ਉੱਥੋਂ ਆ ਰਿਹਾ ਸੀ ਜਰਮਨੀ ਤੋਂ, ਉਹ ਸੀ। ਇੱਕ ਬਿਜ਼ਨਸ ਕਲਾਸ ਸੀ, ਬਹੁਤ ਵੱਡਾ ਹੋਟਲਰ ਹੈ ਜਿਹਦੇ ਰਾਜਸਥਾਨ 'ਚ ਬਹੁਤ ਵੱਡੇ ਚੇਨ ਆਫ ਹੋਟਲਸ ਹੈ। ਉਹ ਦੋਨੋਂ ਬੰਦਿਆਂ ਨਾਲ ਮੇਰੀ ਗੱਲ ਆਪਣੀ ਹੋਈ ਹੈ, ਐ ਨਹੀਂ ਕਿ ਸੁਣੀ ਸੁਣਾਈ। ਤੇ ਜਦੋਂ ਗੱਲ ਹੋਇਆ ਕਿਵੇਂ ਕਿ ਉਹਨਾਂ ਨੇ ਆਪਣੀ ਗੱਲ ਮੇਰੇ ਇੱਕ ਦੋਸਤ ਨੂੰ ਦੱਸੀ ਕਿ ਸਾਡੇ ਅੱਜ ਆ ਹੋਇਆ। ਉਹ ਦੋਸਤ ਨੇ ਫਿਰ ਮੈਨੂੰ ਦੱਸਿਆ ਕਿ ਮੇਰਾ ਦੋਸਤ ਉਸ ਫਲਾਈਟ ਤੇ ਸੀ, ਆ ਹੋਇਆ। ਫਿਰ ਮੈਂ ਕਿਹਾ ਮੇਰੀ ਗੱਲ ਕਰਾਓ। ਫਿਰ ਮੈਂ ਉਸ ਬਹੁਤ ਵੱਡੇ ਸੀਨੀਅਰ ਇੰਡਸਟਰੀਅਲਿਸਟ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਜੀ ਹੋਇਆ ਕੀ? ਉਹ ਕਹਿੰਦੇ ਜੀ ਕਿ ਮੇਰੀ ਸੀਟ ਫਸਟ ਕਲਾਸ ਦਾ ਜਿਹੜਾ ਪੈਸੇਂਜਰ ਸੀ, ਉਹ ਕਹਿੰਦੇ ਜੀ ਮੈਂ ਆਪਣੀ ਸੀਟ ਤੇ ਬੈਠਾ ਸੀ। ਜਦੋਂ ਬੋਰਡਿੰਗ ਸ਼ੁਰੂ ਹੋਣ ਐਂਡ ਦੇ ਵਿੱਚ ਜਦੋਂ ਭਗਵੰਤ ਮਾਨ, ਉਹਨਾਂ ਦੀ ਵਾਈਫ ਤੇ ਦੋ ਤਿੰਨ ਨਾਲ ਉਹਨਾਂ ਦੇ ਲੋਕੀ ਸੀ, ਉਹ ਐਂਟਰ ਕੀਤੇ। ਭਗਵੰਤ ਮਾਨ ਡਿੱਗ ਰਿਹਾ ਸੀ, ਪੂਰੇ ਨਸ਼ੇ ਸੀ, ਡਿੱਗ ਰਿਹਾ ਸੀ। ਉਹ ਸਿੱਧਾ ਆ ਕੇ ਪਹਿਲੀ ਸੀਟ 'ਚ ਬਹਿ ਗਿਆ, ਕਿਉਂਕਿ ਬੰਦਾ ਨਸ਼ੇ 'ਚ ਹੁੰਦਾ, ਉਹਨੂੰ ਪਤਾ ਨਹੀਂ ਲੱਗਦਾ। 에ਅਰ ਹੋਸਟਰੈਸ ਨੇ ਉਹਨੂੰ ਕਿਹਾ ਕਿ ਆ ਤੁਹਾਡੀ ਸੀਟ ਨਹੀਂ ਹੈ, ਤੇ ਉਹਨੂੰ ਕਹੇ ਤੁਹਾਡੀ ਸੀਟ ਪਿੱਛੇ ਹੈ। ਉਹ ਜਦੋਂ 에ਅਰ ਹੋਸਟਰੈਸ ਉਹਨੂੰ ਪਿੱਛੇ ਕਰਨ ਗਈ, ਨਾਲ ਦੀਆਂ ਸੀਟਾਂ ਤੇ ਡਿੱਗਦਾ ਡਿੱਗਦਾ ਉੱਥੇ ਗਿਆ। ਜਦੋਂ ਸੀਟ ਤੇ ਬੈਠਾ, ਉਹਦੇ ਬਾਅਦ 에ਅਰ ਹੋਸਟਰੈਸ ਨੇ ਕੈਪਟਨ ਨੂੰ ਜਾ ਕੇ ਦੱਸਿਆ ਕਿ ਜੀ ਆ ਇੱਕ ਪੈਸੇਂਜਰ ਹੈ, ਕਿਉਂਕਿ ਆ ਇੰਡੀਅਨ 에ਅਰਲਾਈਨਸ ਤਾਂ ਹੈ ਨਹੀਂ ਹੈ, ਜਰਮਨ ਫਰੈਂਕਫਰਟ ਉੱਥੋਂ ਆ ਰਹੀ ਹੈ, ਜਰਮਨ 에ਅਰਲਾਈਨਸ ਹੈ। ਉਹਨੇ ਪਾਇਲਟ ਨੂੰ, ਕੈਪਟਨ ਨੂੰ ਆ ਕੇ ਦੱਸਿਆ ਜੀ ਇੱਕ ਪੈਸੇਂਜਰ ਹੈ ਜਿਹਨੇ ਇਜ਼ ਹੈਵੀਲੀ ਡਰੰਕ, ਬਹੁਤ ਜ਼ਿਆਦਾ ਸ਼ਰਾਬ ਪੀਤੀ ਹੈ, ਤੁਸੀਂ ਉਹਨੂੰ ਆ ਕੇ ਦੇਖੋ। ਜਦੋਂ ਕੈਪਟਨ ਆਇਆ ਤੇ ਉਹਨੇ ਦੇਖਿਆ ਕਿ ਆ ਬਿਲਕੁਲ ਜਮਾਂ ਇੱਕ ਬਹੁਤ ਬੁਰੇ ਮਾਹੌਲ ਸੀ। ਤੇ ਕੈਪਟਨ ਨੇ ਫੈਸਲਾ ਕੀਤਾ, ਕਿਉਂਕਿ ਕੈਪਟਨ ਦੀ ਉਹਨਾਂ ਦੇ ਆਪਣੇ ਰੂਲਸ ਹੈ, 에ਅਰਲਾਈਨਸ ਦੇ ਰੂਲਸ ਹੈ, ਇੰਟਰਨੈਸ਼ਨਲ 에ਅਰਲਾਈਨਸ ਦੇ ਰੂਲਸ ਹੈ ਕਿ ਕੋਈ ਵੀ ਐਜੀ ਹਲਤਾ ਹੋਏ ਉਹ ਬੰਦੇ ਨੂੰ ਟਰੈਵਲ ਨਹੀਂ ਕਰਨ ਦਿੰਦੇ। ਕੈਪਟਨ ਨੇ ਉਦੋਂ ਫੈਸਲਾ ਕੀਤਾ ਜੀ ਇਹਨਾਂ ਨੂੰ ਡੀਬੋਰਡ ਕਰੋ। ਤੇ ਉਦੋਂ ਫੈਸਲਾ ਹੋਇਆ। ਪੰਜਾਬ ਦੇ ਸਰਕਾਰ ਦੇ ਆਫੀਸਰ ਸੀ ਤੇ ਦੂਜਿਆਂ ਨੇ ਜਿਹੜੇ ਸਿਕਿਉਰਿਟੀ ਵਾਲੇ ਸਾਰੇ ਕਿਹਾ ਜੀ ਕਿ ਚੀਫ ਮਿਨਿਸਟਰ ਹੈ ਜਾਂ ਉਹ ਜਿਹੜਾ ਇਹਨਾਂ ਦੇ ਮੀਟਿੰਗਾਂ 'ਤੇ ਜਾਣਾ ਹੈ, ਉਹ ਕਹਿੰਦੇ ਜੀ ਨਹੀਂ, ਰੂਲਸ ਆ ਰੂਲਸ, ਤੇ ਉਹਨਾਂ ਨੂੰ ਉੱਥੇ ਡੀਬੋਰਡ ਕੀਤਾ। ਫਿਰ ਮੈਂ ਇਹ ਤੋਂ ਪਹਿਲੇ ਮੈਨੂੰ ਦੂਜਾ ਬੰਦਾ ਸੀ ਜਿਹੜੇ ਮੈਨੂੰ ਦੱਸਿਆ, ਜਦੋਂ ਮੈਂ ਇਹ ਤੋਂ ਪਹਿਲੇ ਮੈਨੂੰ ਇੱਕ ਬਿਜ਼ਨਸ ਕਲਾਸ ਪੈਸੇਂਜਰ ਨੇ ਜਿਹੜਾ ਇੰਡਸਟਰੀਅਲਿਸਟ ਰਾਜਸਥਾਨ ਦਾ, ਉਹਦੇ ਨਾਲ ਮੇਰੀ ਗੱਲ ਹੋਈ। ਉਹਨੇ ਮੈਨੂੰ ਕਿਹਾ ਜੀ ਕਿ ਮੈਂ ਜਦੋਂ ਦੇਖਿਆ ਮੇਰਾ ਸੀਟਾਂ ਬਹੁਤ ਪਿੱਛੇ ਸੀ ਬਿਜ਼ਨਸ ਕਲਾਸ ਦੀਆਂ, ਉੱਥੇ ਰੌਲਾ ਪੈ ਰਿਹਾ ਸੀ, ਸਾਡਾ 1.5 ਘੰਟਾ ਪਲੇਨ ਉੱਥੇ ਰੋਕੀ ਬੈਠੇ ਸੀ। ਤੇ ਜਦੋਂ ਮੈਂ ਉਹਨੂੰ ਪੁੱਛਿਆ 에ਅਰ ਹੋਸਟਸ ਨੂੰ, ਉਹਨੇ ਮੈਨੂੰ ਕਿਹਾ ਕਿ ਜੀ ਇੱਕ ਪੈਸੇਂਜਰ ਹੈਗੇ 2-3, ਉਹਨਾਂ ਨੂੰ ਅਸੀਂ ਡੀਬੋਰਡ ਕਰ ਰਹੇ ਹਾਂ ਤੇ ਉਸ ਕਰਕੇ ਸਮਾਨ ਲੱਗੇਜ
टाइम लगूगा 1.5 घंटा साडा टाइम लगूगा। वो कहता मेरे पिछों एक बहुत वड्डा सरदार सी, कोई 6 फुट तो उधर ਜਿਹੜਾ ਨਾਲ ਸੀ, ਉਹ ਮੇਰੇ ਕੋਲੋਂ ਹੀ ਟੱਪਿਆ ਆਪਣਾ ਸਮਾਨ ਲੈ ਕੇ, ਮਤਲਬ ਉਹ ਵੀ ਡੀਬੋਰਡ ਨਾਲ ਦੇ ਨਾਲ, ਕਿਉਂਕਿ ਨਾਲ ਸਾਰਾ ਟੂਰ ਹੀ ਸਾਰਾ ਡੀਬੋਰਡ ਕੀਤਾ ਗਿਆ। VIP ਲਾਉਂਜ ਵਿੱਚ, ਇੰਟਰਨੈਸ਼ਨਲ VIP ਲਾਉਂਜ ਵਿੱਚ ਸ਼ਰਾਬ ਉੱਥੇ ਸਾਹਮਣੇ ਪਈ ਹੁੰਦੀ ਆ, ਜੋ ਮਰਜ਼ੀ ਜਿੰਨਾ ਮਰਜ਼ੀ ਪੀ ਚਲੇ। ਭਗਵੰਤ ਮਾਨ ਨੇ ਉੱਥੇ ਹੀ ਸ਼ੁਰੂ ਕਰਤੀ ਤੇ ਉਹਨੂੰ 1.5 ਘੰਟੇ ਦੇ ਵਿੱਚ ਉਹਨੂੰ ਮੈਨੂੰ ਲੱਗਦਾ ਸੋਚਿਆ ਹੋਣਾ ਕਿ ਥੋੜੀ ਜਿਹੀ ਲੈ ਲਾਂਗੇ, ਪਰ ਕਿਉਂਕਿ ਆਦਤ ਹੈ ਜੀ ਹੈ ਤੇ ਉਹ ਜ਼ਿਆਦਾ ਪੀ ਗਿਆ, ਉਹਨੂੰ ਆਪਣੇ ਨਹੀਂ ਪਤਾ ਲੱਗਿਆ ਕਿੰਨੀ ਜਗ੍ਹਾ ਤੇ ਨਸ਼ਾ ਉੱਥੇ ਹੋ ਗਿਆ। ਕਹਿੰਦਾ ਮਸਾ ਉਹਨੂੰ ਪਲੇਨ ਤੱਕ ਲੈ ਕੇ ਆਏ ਆ। ਇੱਕ ਪੰਜਾਬ ਦਾ ਮੁੱਖ ਮੰਤਰੀ ਹੋਇਆ ਜੀ, ਹੱਥ ਨਾ ਕਰੇ। ਮੈਨੂੰ ਲੱਗਦਾ ਜੇ ਉਹਦੇ ਥੋੜੀ ਜਿਹੀ ਨੈਤਿਕਤਾ ਹੋਏ, ਅੱਜ ਅਸਤੀਫਾ ਦੇ ਦੇਣਾ ਚਾਹੀਦਾ ਉਹਨੂੰ। ਯਾਰ ਜਿਹੜਾ ਇਨਸਾਨ ਆਪਣੀ ਮਾਂ ਦੀ ਝੂਠੀ ਸਹੁੰ ਖਾ ਕੇ ਪਬਲਿਕਲੀ ਖਾਂਦਾ ਹੈ ਤੇ ਮੁੱਕਰਦਾ ਹੈ, ਉਹਦੇ ਤੇ ਕੌਣ ਵਿਸ਼ਵਾਸ ਕਰ ਸਕਦਾ? ਏਅਰੋਸਟ੍ਰੇਸ ਇੱਕ ਉੱਥੇ ਪੰਜਾਬੀ ਸੀ, ਉਹ ਜਰਮਨੀ ਰਹਿ ਰਹੀ ਹੈ, ਕਿਉਂ ਫਰੈਂਕਫਰਟ ਉਹਨਾਂ ਦਾ ਬੇਸ ਹੈ, ਜਰਮਨੀ ਕਹਿੰਦੀ ਹੈ। ਉਹ ਆਪ ਆਈ ਕਹਿੰਦਾ ਜੀ ਵੈਰੀ ਇਨਸਲਟਿੰਗ ਫॉर ਅਸ, ਜੋ ਆਪਣੇ ਜੋ ਸਾਡੇ ਚੀਫ ਮਿਨਿਸਟਰ ਦੀ ਹਰਕਤਾਂ ਹੈ, ਸਾਨੂੰ ਬੜਾ ਦੁੱਖ ਲੱਗ ਰਿਹਾ। ਬੀਇੰਗ ਅ ਸਿੱਖ ਕਹਿ ਰਿਹਾ ਸੀ, ਉਹ ਜਿਹੜੀ ਉਹ ਕਿਹੜੀ ਆਪਣੇ ਉੱਥੋਂ ਦੀ ਆਪਣੇ ਪੰਜਾਬ ਦੀ ਉੱਥੇ ਏਅਰੋਸਟ੍ਰੇਸ, ਕਿਉਂਕਿ ਆਹ ਜਿਹੜੀਆਂ ਇੰਟਰਨੈਸ਼ਨਲ ਏਅਰਲਾਈਨਸ ਹੈ, 1-2 ਏਅਰੋਸਟ੍ਰੇਸ ਜਿਹੜੀ ਕੰਟਰੀ ਜਾਣਾ ਹੁੰਦਾ ਉੱਥੋਂ ਦੀਆਂ ਰੱਖਦੇ ਹੁੰਦੇ ਲੈਂਗੁਏਜ ਕਰਕੇ। ਦੇਖੋ ਆਹ ਹਾਲਾਤ ਸੀ। ਆਪਣੇ ਗਵਰਨਰ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ, ਇਹਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਏ, ਇਹਦੀ ਹਾਈ ਲੈਵਲ ਇਨਕੁਆਇਰੀ, ਕਿਉਂਕਿ ਭਗਵੰਤ ਮਾਨ ਐਜ਼ ਆਰਡੀਨਰੀ ਮੈਨ ਨਹੀਂ ਗਿਆ ਬਾਹਰ, ਐਜ਼ ਹੈਡ ਆਫ ਸਟੇਟ ਗਿਆ, ਐਜ਼ ਹੈਡ ਆਫ। ਤੇ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਪੰਜਾਬ ਦੀ ਕਰਕੇ ਆਇਆ। ਇਹ ਤੋਂ ਮਾੜੀ ਹਰਕਤ ਕੋਈ ਨਹੀਂ ਹੋ ਸਕਦੀ। ਇੱਕ ਦਿਨ ਵੀ ਉਹਨੂੰ ਮੁੱਖ ਮੰਤਰੀ ਰਹਿਣਾ, ਮੈਂ ਕਹਿੰਦਾ 1 ਮਿੰਟ ਨਹੀਂ ਰਹਿਣਾ ਚਾਹੀਦਾ। ਕੀ ਟੈਸਟ ਕਰ, ਫਲੋਰ ਟੈਸਟ ਕਰ ਰਿਹਾ ਉੱਥੇ? ਫਲੋਰ ਟੈਸਟ ਦੀ ਬਜਾਏ ਜਿੰਨੇ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਡਰੱਗ ਟੈਸਟ ਤੇ ਬਲਦਾ ਬ੍ਰੈਥ ਟੈਸਟ ਕਰਾਉਣਾ ਚਾਹੀਦਾ ਭਗਵੰਤ ਮਾਨ ਦਾ। ਫਲੋਰ ਤੇ ਚੱਲ ਕੇ ਟੈਸਟ ਕਰਾਓ, ਉੱਪਰ ਸੇ ਟੈਸਟ ਕਰਾਓ। ਜਿਹੜਾ 92 MLA ਵਾਲਿਆਂ ਨੂੰ ਕਿਸੇ ਨੇ ਕਿਹਾ ਹੀ ਨਹੀਂ ਫਲੋਰ ਟੈਸਟ ਕਰਾਉਣ ਨੂੰ, ਤੇ ਤੁਸੀਂ ਫਲੋਰ ਟੈਸਟ ਕਰਾ ਰਹੇ ਹੋ ਕੀ ਹੈ? ਕਿਉਂਕਿ ਇਹਦੀ ਆ ਕਰਤੂਤ ਪਤਾ ਲੱਗ ਗਈ ਨਾ, ਹੁਣ ਡਿਵਰਸ਼ਨ ਟੈਕਟਿਕਸ ਡਿਵਰਟ ਕਰ ਰਿਹਾ। ਮੈਂ ਕਹਿੰਦਾ ਭਗਵੰਤ ਮਾਨ ਤੇ ਰਾਘਵ ਚੱਡਾ ਦਾ ਕੇਜਰੀਵਾਲ ਆ ਕੇ ਪਹਿਲੇ ਕਹਿਣ ਕਿ ਸਾਡੇ ਜੋ ਮੈਂ ਕਹਿ ਰਿਹਾ ਗਲਤ ਹੈ। ਚੈਲੰਜ ਕਰਦਾ ਕੇਜਰੀਵਾਲ। ਮੈਂ ਇੱਕ ਰਿਸਪੌਂਸਿਬਲ ਬੰਦਾ ਹਾਂ। ਜੋ ਆਈ ਵਿਟਨੈਸ ਨੇ ਮੈਂ ਦੱਸਿਆ, ਤੁਸੀਂ ਕੁਐਸਚਨ ਪੁੱਛਿਆ, ਮੈਂ ਆਈ ਵਿਟਨੈਸ ਨੇ ਜੋ ਡਿਟੇਲ ਦਿੱਤੀ ਆ ਉਹ ਤੁਹਾਡੇ ਸਾਹਮਣੇ ਕੀਤੀ ਆ। ਸੋ ਬਿਲਕੁਲ ਇਸ ਘਟਨਾ ਦੀ ਰਿਪੋਰਟਾਂ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਨਾਲ ਪ੍ਰਤੀਕਰਮ ਜਿੱਥੇ ਸਾਹਮਣੇ ਆ ਰਹੇ ਨੇ, ਉੱਥੇ ਹੀ ਸਰਕਾਰ ਦੀ ਕਿਰਕਿਰੀ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅੱਗੇ ਵਧਾਂਗੇ। ਕੈਪਟਨ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਨ ਤੇ ਰਾਜਾ ਵੜਿੰਗ ਦੇ ਵੱਲੋਂ ਤੰਜ ਕੱਸਿਆ ਗਿਆ। ਉਹਨਾਂ ਕਿਹਾ ਕਿ ਹੁਣ ਲੋਕ ਕੈਪਟਨ ਦੀਆਂ ਚਾਲਾਂ ਦੇ ਵਿੱਚ ਨਹੀਂ ਆਉਣ ਵਾਲੇ ਤੇ ਕੈਪਟਨ ਦੇ ਨਾਲ ਸਿਰਫ ਪਰਿਵਾਰ ਦੇ ਮੈਂਬਰ ਹੀ ਹੋਏ ਨੇ ਭਾਜਪਾ 'ਚ ਸ਼ਾਮਲ। ਆਪਰੇਸ਼ਨ ਲੋਟਸ ਦੇ ਮਾਮਲੇ ਤੇ ਆਪ ਨੂੰ ਘੇਰਦੇ ਹੋਏ ਵੀ ਵੜਿੰਗ ਨਜ਼ਰ ਆਏ। ਕਿਹਾ ਕਿਸੇ ਨੇ ਨਹੀਂ ਕੀਤੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼, ਜੇ ਕੋਸ਼ਿਸ਼ ਕੀਤੀ ਤਾਂ ਡਰਾਮੇਬਾਜ਼ੀ ਦੀ ਥਾਂ ਫੋਨ ਨੰਬਰ ਦੇ ਕੇ ਕਾਰਵਾਈ ਕੀਤੀ ਜਾਏ। ਤਾਂ ਕਾਰਵਾਈ ਦੀ ਮੰਗ ਜੋ ਹੈ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਦੇ ਹੋਏ ਨਜ਼ਰ ਆਏ ਨੇ। ਆਪਰੇਸ਼ਨ ਲੋਟਸ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਨਜ਼ਰ ਆਏ। ਸਿੱਧਾ ਕਿਹਾ ਕਿ ਅਜਿਹਾ ਹੋਇਆ ਹੀ ਨਹੀਂ ਹੈ। ਦੂਜੇ ਪਾਸੇ ਕੈਪਟਨ ਦੇ ਨਾਲ ਸਿਰਫ ਪਰਿਵਾਰ ਦੇ ਮੈਂਬਰ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਕੈਪਟਨ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਨ ਤੇ ਰਾਜਾ ਵੜਿੰਗ ਤੰਜ ਕੱਸਦੇ ਹੋਏ ਨਜ਼ਰ ਆਏ। ਜਿਹੜੀ ਧਰਮ ਪਤਨੀ ਇਹ ਕਹਿ ਰਹੇ ਵੀ ਕਾਂਗਰਸ ਦੇ ਜਾਣ ਨਾਲ ਭਾਜਪਾ ਮਜ਼ਬੂਤ ਹੋਏਗੀ, ਫਿਰ ਉਹਨਾਂ ਦੇ ਕਾਰਵਾਈ ਕਰਨ ਦੀ ਲੋੜ ਹੈਗੀ ਹੈ ਕੋਈ? ਹੁਣ ਭਾਜਪਾ ਦਾ ਹਿੱਸਾ ਹੈ। ਪਰ ਮੈਨੂੰ ਅਫਸੋਸ ਇਹ ਹੈ ਕਿ ਸਾਰੀ ਉਮਰ ਇਹਨਾਂ ਰਾਜੇ ਮਹਾਰਾਜਿਆਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ। ਪਹਿਲਾਂ ਇਹਨਾਂ ਨੇ ਲੋਕਾਂ ਤੇ ਰਾਜ ਕੀਤਾ ਹੈ, ਵੱਡੇ ਵੱਡੇ ਕਿਲੇ ਬਣਾ ਕੇ ਲੋਕਾਂ ਨੂੰ ਆਪਦੇ ਪਿੱਠੂ ਬਣਾ ਕੇ ਅੰਗਰੇਜ਼ਾਂ ਨਾਲ ਸਮਝੌਤੇ ਕਰਕੇ। ਅੱਜ ਫੇਰ ਯਾਰ 21ਵੀਂ ਸਦੀ ਦੇ ਵਿੱਚ 3 ਜਣੇ ਪਰਿਵਾਰ ਦੇ ਜਾ ਕੇ ਭਾਜਪਾ ਨਾਲ ਜਾ ਕੇ ਸਰੂਪਾ ਪਾਇਆ। ਕੋਈ ਬੰਦਾ ਹੋਰ ਜਾਣ ਲਈ ਤਿਆਰ ਨਹੀਂ ਹੋਇਆ। ਬੀਬੀ ਪ੍ਰਨੀਤ ਕੌਰ ਫੇਰ ਬਾਹਰ ਰਹਿ ਗਏ ਤੇ ਬਾਹਰ ਰਹਿ ਕੇ ਕਹਿ ਰਹੇ ਹੈ ਕਿ ਅਮਰਿੰਦਰ ਸਿੰਘ ਜੀ ਦੇ ਜਾਣ ਨਾਲ ਮਜ਼ਬੂਤ ਹੋਏਗੀ। ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ। ਲੇਕਿਨ ਹੁਣ ਇਹਨਾਂ ਦੀਆਂ ਚਾਲਾਂ ਦੇ ਵਿੱਚ ਲੋਕ ਨਹੀਂ ਫਸਦੇ, ਲੋਕ ਜਾਣਦੇ ਨੇ। ਇੱਕ ਬੰਦਾ ਕਾਂਗਰਸ 'ਚ ਵੀ ਰਹਿਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਮੈਂ ਆਪਦਾ ਪੈਰ ਅੜਾਈ ਰੱਖਾਂ, ਸ਼ਾਇਦ ਕਿਤੇ ਕਾਂਗਰਸ ਮੇਰੀ ਬਾਤ ਸੁਣ ਲੇ। ਲੇਕਿਨ ਹੁਣ ਇਹ ਕੈਪਟਨ ਪਰਿਵਾਰ ਦੇ ਵਾਸਤੇ, ਪਟਿਆਲਾ ਸ਼ਾਹੀ ਖਾਨਦਾਨ ਵਾਸਤੇ ਕਾਂਗਰਸ ਦੇ ਦਰਵਾਜ਼ੇ ਮੁਕੰਮਲ ਤੌਰ ਤੇ ਬੰਦ ਹੋ ਚੁੱਕੇ। ਜਿਹਨਾਂ ਕੋਲੇ 92 MLA ਔਰ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਹੋਈ,
ਅੰਦਰ ਖਾਤੇ ਡਰ ਸਤਾ ਰਿਹਾ ਹੈ ਕਿ ਕਿਤੇ ਵਿਧਾਇਕ ਬਗਾਵਤ ਨਾ ਕਰ ਦੇਣ। ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ, ਕਿਸੇ ਨੇ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਅਗਰ ਕਿਸੇ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ, ਉਸ ਵਿਅਕਤੀ ਦਾ ਟੈਲੀਫੋਨ ਨੰਬਰ, ਉਸ ਵਿਅਕਤੀ ਦਾ ਨਾਮ, ਉਹਦੇ ਤੇ FIR ਦਰਜ ਹੋਣੀ ਚਾਹੀਦੀ ਹੈ। ਇਹ ਜਿਹੜਾ ਹੈ ਭਾਜਪਾ ਤੋਂ ਡਰ ਨਹੀਂ ਸਤਾ ਰਿਹਾ, ਇਹ ਅੰਦਰ ਜਿਹੜੀ ਖਿੱਚਾਤਾਨੀ ਚੱਲ ਰਹੀ ਹੈ ਪਾਰਟੀ ਦੇ ਅੰਦਰ ਆਪਸ ਦੇ ਵਿੱਚ, ਕਾਫੀ ਜਿਹੜੇ ਵਿਧਾਇਕ ਨੇ ਉਹ ਨਾਰਾਜ਼ ਨੇ ਪਾਰਟੀ ਤੋਂ। ਇਹ ਇਸ ਕਰਕੇ ਕਿ ਕੋਈ ਭੱਜ ਨਾ ਜਾਣ, ਬੇਭਰੋਸੇ ਮਤਾ ਇਹ ਜਿਹੜਾ ਵਿਸ਼ਵਾਸ ਮਤਾ ਲੈ ਕੇ ਆ ਰਹੇ ਹੈ ਖਾਮ ਖਾ ਖਰਚਾ ਕਰਕੇ, ਇਹ ਅੰਦਰ ਦਾ ਡਰ ਸਤਾ ਰਿਹਾ ਕਿ ਕਿਤੇ ਸਾਨੂੰ ਸਰਕਾਰ ਨਾ ਡਿੱਗ ਪਏ।